वाहिगुरू जी का खालसा वाहिगुरू जी की फतेह जी। जिवें आप सारिਆਂ ਨੂੰ पता है पिछले समय तो ਆਪਾਂ जपजी साहिब ਅਤੇ ਸੋਦਰ ਦੀ ਬਾਣੀ ਦੀ ਲੜੀਵਾਰ ਵਿਚਾਰ ਆਪ ਸਾਰਿਆਂ ਦੇ ਨਾਲ ਸਾਂਝੀ ਕਰਦੇ ਆ ਰਹੇ ਹਾਂ। As you all know, we have been bringing forth the ਲੜੀਵਾਰ translation of Japji Sahib as well as the ਲੜੀਵਾਰ translation of ਸੋਦਰ ਦੀ ਬਾਣੀ, better known as ਰਹਿਰਾ ਸਾਹਿਬ। ਤੇ ਪਿਛਲੀਆਂ ਵੀਡੀਓਆਂ ਵਿੱਚ ਵੀ ਆਪਾਂ ਬੇਨਤੀ ਕਰੀਦੀ ਹੈ ਕਿ ਜਿੰਨੇ ਵੀ ਸਾਨੂੰ ਸਵਾਲ ਗੁਰਬਾਣੀ ਦੇ ਸੰਬੰਧ ਵਿੱਚ ਆਉਣਗੇ ਉਹਨਾਂ ਦੇ ਅਸੀਂ ਜਵਾਬ ਜ਼ਰੂਰ ਦੇਣ ਦੀ ਕੋਸ਼ਿਸ਼ ਕਰਾਂਗੇ। ਵੀ any question that the Sangat has in regards to Gurbani, we will try our best based off of our understanding to give an answer to your questions। और पिछले दिन एक वीर ਦਾ ਸਵਾਲ ਆਇਆ ਇੱਕ ਸ਼ਬਦ ਨੂੰ ਲੈ ਕੇ ਵੀ ਇੱਕ ਪੰਚਮ ਪਾਤਸ਼ਾਹ ਜੀ ਦਾ ਸ਼ਬਦ ਆਉਂਦਾ ਹੈ ਵੀ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ। ਤੇ ਉਸ ਸ਼ਬਦ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ ਵੀ ਪਸ਼ੂ ਪ੍ਰੇਤ ਮੁਗਧ ਕੋ ਉਤਾਰੇ ਪਾਹਨ ਪਾਰ ਉਤਾਰੇ। In this shabad there is reference to ghosts, there is reference to demons, there is reference to evil spirits. What is Guru Pasha trying to explain to us? ਵੀ ਕੀ ਗੁਰੂ ਪਾਸ਼ਾ ਮੰਨਦੇ ਹਨ ਵੀ ਭੂਤ ਪ੍ਰੇਤ ਹੁੰਦੇ ਹਨ? ਕੀ ਇਹਨਾਂ ਮਨੌਤਾਂ ਦੇ ਉੱਤੇ ਵਿਸ਼ਵਾਸ ਰੱਖਦੇ ਹਨ? ਔਰ ਜਦੋਂ ਅਸੀਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਅਸੀਂ ਹਮੇਸ਼ਾ ਇਸ ਨੁਕਤੇ ਦੇ ਉੱਤੇ ਸਟ੍ਰੈਸ ਦੇਈਦੀ ਹੈ ਕਿ ਜੇ ਗੁਰਬਾਣੀ ਨੂੰ ਸਮਝਣਾ ਹੋਵੇ ਵੀ there is a formula when it comes to understanding poetry, and obviously Gurbani is written in poetry, and if you think back when you listen to songs, when we read poems, we always have to go beneath the surface to understand what the artist is communicating to us। ਤੁਸੀਂ ਆਪ ਸੋਚ ਕੇ ਦੇਖਿਓ ਜਰਾ ਕਿ ਜਦੋਂ ਤੁਸੀਂ ਕਵਿਤਾਵਾਂ ਪੜ੍ਹਦੇ ਆ, ਕਵੀਸ਼ਰੀ ਸੁਣਦੇ ਆ, ਗਾਣੇ ਸੁਣਦੇ ਈਵਨ, ਤਾਂ ਜੇ ਉਸ ਗਾਇਕ ਦਾ ਜੇ ਉਸ ਕਵੀ ਦਾ ਮਕਸਦ ਸਮਝਣਾ ਹੋਵੇ ਤੁਸੀਂ ਵੀ ਆਹ ਕਵੀ ਆਹ ਗਾਇਕ ਇਹ ਗੱਲ ਕਹਿਣੀ ਚਾਹੁੰਦਾ ਹੈ ਤਾਂ ਤੁਹਾਨੂੰ ਹਮੇਸ਼ਾ ਭਾਵ ਅਰਥਾਂ ਵੱਲ ਜਾਣਾ ਪਵੇਗਾ। But when it comes to Gurbani or pujaris or babbe, the pakhandi sadhs, what did they say? They said that Gurbani is out of your comprehension. Do not try to understand Gurbani. What should we do? We should just read it like a mantra। ਇਹ ਤਾਂ ਸਾਨੂੰ ਸਾਡਿਆਂ ਪੁਜਾਰੀਆਂ ਨੇ ਮਾਰ ਦਿੱਤਾ, ਸਤਿਆਨਾਸ਼ ਕਰ ਦਿੱਤਾ ਸਾਡਾ ਵੀ ਗੁਰਬਾਣੀ ਅਗਾਧ ਬੋਧ ਹੈ ਜੀ, ਸਮਝ ਤੋਂ ਪਰੇ ਆ ਜੀ। So what should we do? You should come to us, you should give us $500, you should give us $1,100 and we will do your akhand path for you and you will gain all of the benefits from Gurbani। But obviously we know logically it does not work like that। To gain a benefit from something, you have to understand it। You have to become one with it। ਅੱਛਾ ਜੇ ਗੁਰਬਾਣੀ ਅਗਾਧ ਬੋਧ ਹੈ ਬਾਬਾ ਜੀ ਸਾਨੂੰ ਕੀ ਕਰਨਾ ਚਾਹੀਦਾ ਫਿਰ? ਬਾਬਾ ਜੀ ਕਹਿੰਦੇ ਸਾਡੇ ਕੋਲ ਆਓ, ਸਾਨੂੰ 500 ਦਵੋ ਜੀ, ਸਾਨੂੰ $1100 ਦਵੋ ਜੀ, ਅਸੀਂ ਆਪ ਅਖੰਡ ਪਾਠ ਕਰ ਲਾਂਗੇ। ਅੱਛਾ ਫਿਰ ਕੀ ਹੋਵੇਗਾ ਬਾਬਾ ਜੀ? ਕਹਿੰਦੇ ਨੇ ਜੀ ਕੋਈ ਗੱਲ ਨਹੀਂ, ਫਲ ਤੁਹਾਨੂੰ ਆਪ ਮਿਲੀ ਜੂ। ਨੱਦ ਹੋ ਗਈ ਯਾਰ। ਕੋਈ ਜਾਣਾ ਤੁਹਾਨੂੰ ਭੁੱਖ ਲੱਗੀ ਹੋਵੇ, ਕੋਈ ਜਾਣਾ ਇਹ ਕਹੇ ਕਿ ਨਹੀਂ ਤੂੰ ਨਾ ਖਾਈ ਮੈਂ ਖਾਵਾਂਗਾ, ਤੇਰਾ ਢਿੱਡ ਆਪੇ ਭਰ ਜੂ। ਇਦਾਂ ਹੋ ਸਕਦਾ ਜੀ? ਤੇਰੀ ਭੁੱਖ ਆਪੇ ਮਿਟ ਜੂ। ਯਾਨੀ ਹਰੇਕ ਕੰਮ ਦੇ ਉੱਤੇ ਅਸੀਂ ਲੌਜਿਕ ਦੀ ਕਸਵੱਟੀ ਲਾਉਂਦੇ ਹਾਂ, ਹਰੇਕ ਕੰਮ ਦੇ ਉੱਤੇ ਅਸੀਂ ਦਲੀਲ ਨਾਲ ਨੂੰ ਵਿਚਾਰਦੇ ਹਾਂ। every other thing we do based off logic, but when it comes to Sikhi, when it comes to understanding Guru Granth Sahib Pasha's Bani, we have been blinded by this pujari soch। ਹਰੇਕ ਗੱਲ ਨੂੰ ਅਸੀਂ ਕਾਮਨ ਸੈਂਸ ਦੇ ਆਧਾਰ ਤੇ ਦੇਖੀਦਾ ਹੈ, ਹਰੇਕ ਫੈਸਲਾ ਅਸੀਂ ਦਿਮਾਗ ਦੇ ਨਾਲ ਲਈਦਾ ਹੈ, ਪਰ ਜਦੋਂ ਧਰਮ ਦੀ ਗੱਲ ਚੱਲਦੀ ਹੈ, ਧਰਮ ਦੀ ਦੁਨੀਆ ਵਿੱਚ ਸਾਡਾ ਦਿਮਾਗ ਨਹੀਂ ਚੱਲਦਾ। ਮਾਫ ਕਰਨਾ, ਧਰਮ ਦੀ ਦੁਨੀਆ ਦੇ ਵਿੱਚ ਅਸੀਂ ਪੱਟੀ ਬੰਨੀ ਹੋਈ ਹੈ, ਜਿੱਧਰ ਵੀ ਸਾਨੂੰ ਬਾਬਾ ਜੀ ਲਿਜਾਉਣਗੇ ਸਾਨੂੰ ਪ੍ਰਵਾਨ ਹੈ ਜੀ, ਜਿੱਧਰ ਵੀ ਸਾਨੂੰ ਸਾਡੇ ਮਹਾਂਪੁਰਖ ਲਿਜਾਣਗੇ, ਸਾਡੇ ਬ੍ਰਹਮ ਗਿਆਨੀ ਲਿਜਾਣਗੇ, ਸਾਨੂੰ ਪ੍ਰਵਾਨ ਹੈ। ਪਰ ਗੁਰੂ ਸਾਹਿਬ ਜੀ ਇਸ ਸ਼ਬਦ ਦੇ ਵਿੱਚ, ਗੁਰੂ ਸਾਹਿਬ ਜੀ ਗੁਰਬਾਣੀ ਦੇ ਵਿੱਚ ਸਾਨੂੰ ਕੁਝ ਹੋਰ ਸਮਝਾਉਣਾ ਚਾਹੁੰਦੇ ਹਨ। ਤਾਂ ਉਹ ਜਿਹੜਾ ਮੈਸੇਜ ਸੀ, the message that Guru Pasha wanted to share with the world, that message was lost somewhere along the way। ਕਿਤੇ ਨਾ ਕਿਤੇ ਜਾ ਕੇ ਉਹ ਮੈਸੇਜ, ਉਹ ਵਿਚਾਰ ਰਮਾਲਿਆਂ ਹੇਠਾਂ ਲੁਕਾਈ ਗਈ ਪਾਠਾਂ ਦੇ ਨਾਮ ਤੇ। ਜਿੱਦਾਂ
ਪਿਛਲੀ ਵੀਡੀਓ 'ਚ ਆਪਾਂ ਬੇਨਤੀ ਕੀਤੀ ਵੀ ਲੜੀਆਂ ਦੇ ਨਾਮ ਤੇ ਸਾਨੂੰ ਗੁੰਮਰਾਹ ਕੀਤਾ ਗਿਆ, ਸਾਨੂੰ ਲੁੱਟਿਆ ਗਿਆ। ਖੈਰ, ਹੁਣ ਇਸ ਸ਼ਬਦ ਦੇ ਵਿੱਚ ਗੁਰੂ ਪਾਤਸ਼ਾਹ ਕੀ ਕਹਿਣਾ ਚਾਹੁੰਦੇ ਨੇ ਸਾਨੂੰ? ਸ਼ਬਦ ਪੰਚਮ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ। ਇਟ ਇਜ਼ uttered by ਗੁਰੂ ਅਰਜਨ ਪਾਤਸ਼ਾਹ। It can be found in ਰਾਗ ਬਿਲਾਵਲ on page 802 of ਗੁਰੂ ਗ੍ਰੰਥ ਸਾਹਿਬ ਜੀ। ਬਿਲਾਵਲ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਕ 802 ਉੱਪਰ ਸੁਭਾਇਮਾਨ ਹੈ। ਸ਼ਬਦ ਦੀ ਸ਼ੁਰੂਆਤ ਹੁੰਦੀ ਹੈ, ਪਾਤਸ਼ਾਹ ਕਹਿੰਦੇ ਨੇ ਵੀ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ। ਵੀ that law of nature is limitless. There is no end to its expansive power. There is no end to its creative power. ਵੀ ਉਹ ਕੁਦਰਤ ਦਾ ਵਿਧਾਨ ਜਿਹੜਾ ਹੈ, ਜਿਹਨੂੰ ਮੈਂ ਠਾਕੁਰ ਮੰਨਦਾ ਹਾਂ, ਜਿਹਨੂੰ ਮੈਂ ਸੁਆਮੀ ਮੰਨਦਾ ਹਾਂ, ਜਿਹਦੇ ਬਾਰੇ ਮੈਂ ਕਹਿੰਦਾ ਵੀ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕੋ ਦਾਤਾਰੇ, ਉਹ ਬੜਾ ਬੇਅੰਤ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। But whenever Guru Pasha is talking about that system, when they are saying it is limitless, always they will say you are also a part of that system. So whatever understanding you can gain from it, it is your responsibility. Whatever virtues you can gain, it is your responsibility to bring those virtues in your life. ਜਿੱਥੇ ਵੀ ਗੁਰੂ ਪਾਤਸ਼ਾਹ ਕਹਿੰਦੇ ਨੇ ਬੇਅੰਤ ਹੈ ਜੀ, ਬਹੁਤ ਵੱਡਾ ਹੈ ਜੀ, ਉਹਦੇ ਗੁਣ ਨਹੀਂ ਬਿਆਨ ਕੀਤੇ ਜਾ ਸਕਦੇ, ਉੱਥੇ ਗੁਰੂ ਪਾਤਸ਼ਾਹ ਇਹ ਸਾਨੂੰ ਸਮਝਾਉਣਾ ਚਾਹੁੰਦੇ ਹਨ ਵੀ ਤੂੰ ਵੀ ਉਹਦਾ ਹਿੱਸਾ। ਜਿੰਨੇ ਵੀ ਗੁਣ ਤੂੰ ਲੈ ਸਕਦਾ ਹਾਂ, ਤੂੰ ਜ਼ਿੰਦਗੀ ਵਿੱਚ ਧਾਰਨ ਕਰ। ਜਿੰਨਾ ਵੀ ਤੂੰ ਗਿਆਨ ਹਾਸਲ ਕਰ ਸਕਦਾ, ਤੇਰੀ ਜ਼ਿੰਮੇਵਾਰੀ ਹੈ ਕਿ ਉਸ ਗਿਆਨ ਨੂੰ ਮੈਂ ਜ਼ਿੰਦਗੀ ਵਿੱਚ ਲਾਗੂ ਕਰਨਾ ਹੈ। ਹੁਣ ਊਚ ਅਪਾਰ ਬੇਅੰਤ ਸੁਆਮੀ, ਇੱਥੇ ਕਹਿਤਾ ਵੀ ਕੌਣ ਜਾਣੇ ਗੁਣ ਤੇਰੇ, there is limitless, right? कोई अंत नहीं पाया जा सकता। नाल ही कहता गावते उधर है, सुनते उधर है, बिन से पाप कनेरे। भी those who try to understand, ਜਿਹੜੇ ਗਾਉਂਦੇ ਆ, ਜਿਹੜੇ ਸੁਣਦੇ ਆ, ਭਾਵ ਜਿਹੜੇ ਸਮਝਦੇ ਆ। ਹੁਣ ਗਾਉਣਾ ਸੁਣਨਾ ਕੀ ਆ? ਗਾਵਿਆ, ਸੁਣਿਆ, ਮਨ ਰੱਖਿਆ, ਭਾਵ। ਵੀ the ones who try to understand that system, the ones who bring even a little bit of understanding into their life, ਜਿਹੜੇ ਵੀ ਥੋੜੀ ਸਮਝ ਜ਼ਿੰਦਗੀ ਵਿੱਚ ਲਾਗੂ ਕਰਦੇ ਨੇ, ਥੋੜਾ ਵੀ ਗਿਆਨ ਜ਼ਿੰਦਗੀ ਵਿੱਚ ਲਾਗੂ ਕਰਦੇ ਨੇ। ਮਨ ਸਮਝਾਉਣ ਕਾਰਨ ਕਛੂਅਕ ਪੜੀਏ ਗਿਆਨ। ਥੋੜਾ ਵੀ ਗਿਆਨ ਬਹੁਤ ਹੁੰਦਾ ਹੈ। ਜਿਹੜੇ ਗੁਣ, ਜਿੰਨੇ ਵੀ ਗੁਣ ਉਹ ਧਾਰਨ ਕਰ ਸਕਦੇ ਹਨ, ਉਹ ਧਾਰਨ ਕਰਦੇ ਆ। ਪਾਤਸ਼ਾਹ ਕਹਿੰਦੇ ਨੇ ਬਿਨ ਸਹਿ ਪਾਪ ਕਨੇਰੇ। ਜਿਹੜੇ ਕੱਲ ਉਹ ਮਾੜੇ ਕੰਮ ਕਰਦੇ ਸਨ, ਅੱਜ ਪਤਾ ਲੱਗ ਗਿਆ, ਉਸੇ ਮਿੰਟ, ਉਸੇ ਸਕਿੰਟ ਮਾੜਿਆਂ ਕੰਮਾਂ ਨੂੰ ਪਿੱਠ ਦੇ ਦਿੱਤੀ ਵੀ ਹੁਣ ਨਹੀਂ। The moment they understood what they were doing yesterday was wrong, they said no more. They turned their back on those bad deeds. They turned their back on their downfalls and they changed their lives for the better. ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਸੁਧਾਰਿਆ, ਭਾਵੇਂ ਇਤਿਹਾਸ ਦੇ ਵਿੱਚ ਹੋਣ ਸੱਜਣ ਠੱਗ ਵਰਗੇ, ਭਾਈ ਲਹਿਣਾ ਜੀ ਵਰਗੇ, ਗੁਰੂ ਅਮਰਦਾਸ ਜੀ ਵਰਗੇ, ਬਾਬਾ ਬੰਦਾ ਸਿੰਘ ਬਹਾਦਰ ਵਰਗੇ, ਬਿਧੀ ਚੰਦ ਵਰਗੇ, ਜਾਂ ਭਾਵੇਂ ਤੁਸੀਂ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਦੇਖ ਲਓ, ਹਰੇਕ ਇਨਸਾਨ ਦੇ ਕੋਲ ਇੰਨੀ ਸ਼ਕਤੀ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਇੱਕ ਮਿੰਟ ਵਿੱਚ ਬਦਲ ਸਕਦਾ ਹੈ। ਉਹ ਕੁਦਰਤ ਦਾ ਵਿਧਾਨ ਤੁਹਾਡੇ ਅੰਗ ਸੰਗ ਆ ਕੇ ਖੜ ਜੂਗਾ। ਹਾਂ ਭਾਈ, ਮੈਂ ਤੇਰੇ ਨਾਲ ਹਾਂ। Every individual has the power to change his or her life for the better in 1 second, in 1 instant. That nukta, that point, that concept just has to click in their minds. I mean, now it is my responsibility to bring virtues into my life, to bring wisdom into my life. ਤੇ ਅੱਛਾ ਪਾਸ਼ਾ, ਜਦੋਂ ਉਹ ਨੁਕਤਾ ਤੁਹਾਡੇ ਦਿਮਾਗ ਦੇ ਵਿੱਚ ਕਲਿੱਕ ਹੋ ਜਾਂਦਾ, ਫਿਰ ਕੀ ਹੁੰਦਾ ਜੀ? What realization do you come to then? ਵੀ ਪਸ਼ੂ ਪ੍ਰੇਤ ਮੁਗਧ ਕੋ ਤਾਰੇ। ਵੀ ਹੱਦ ਹੋ ਗਈ ਯਾਰ, yesterday I was living like an animal. ਫਿਰ ਬੰਦੇ ਨੂੰ ਪਤਾ ਲੱਗਦਾ ਵੀ ਕੱਲ ਮੈਂ ਪਸ਼ੂਆਂ ਵਾਲੀ ਜ਼ਿੰਦਗੀ ਜੀ ਰਿਹਾ ਸੀ, ਅੱਜ ਸਮਝ ਆ ਗਈ। ਕੱਲ ਮੈਂ ਪਸ਼ੂਆਂ ਵਾਲੀ ਬਿਰਤੀ ਪਾਲੀ ਬੈਠਾ ਸੀ, ਕੱਲ ਮੈਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਆਧਾਰ ਤੇ ਆਪਦੇ ਫੈਸਲੇ ਲੈਣਾ ਸੀ। ਹੁਣ ਸਮਝ ਆ ਗਈ, ਹੁਣ ਗਾਇਆ, ਹੁਣ ਸੁਣਿਆ, ਹੁਣ ਸਮਝਿਆ, ਹੁਣ ਮੇਰੇ ਪਾਪ ਬਿਨਸ ਗਏ। Yesterday I was living life like an animal. Yesterday I was driven by my 5 vices. Today I am driven by a different force. Today I am driven by my virtues. Today I am driven by my godly friends. Sat, Santokh, Daya, Dharm, Dheeraj. Pashu, Pret. Yesterday I was living like a ghost. ਹੁਣ like it is said about ghosts, ਹਨਾ, ਵੀ ਭੂਤਾਂ ਪ੍ਰੇਤਾਂ ਦੇ ਬਾਰੇ ਇਹ ਪ੍ਰਚਲਿਤ ਹੈ ਵੀ ਉਹ ਲੋਕਾਂ ਨੂੰ ਦੁਖੀ ਕਰਦੇ ਹਨ। ਹੁਣ ਗੁਰੂ ਪਾਤਸ਼ਾਹ is not saying we I believe in those supernatural forces, ਵੀ ਉਹ
that are dressed in white, that come out at night, that haunt people. We haunted houses. Right? Guru Pasha is not saying these things. That was the prevalent belief in society at that time, the prevalent language in society at that time that Guru Pasha used to explain what they were trying to explain to the Sangat, to society. Like it is said that ghosts, that evil spirits, that demons haunt people. They do not let people live. Guru Pasha says that that person who is disconnected from his or her godly virtues, that person who is disconnected from that understanding, he is like a ghost. He is like a demon. He is like an evil spirit who only puts a burden on society, who only puts a burden on his or her family. ਜਿੱਦਾਂ ਭੂਤਾਂ ਪ੍ਰੇਤਾਂ ਬਾਰੇ ਇਹ ਗੱਲ ਮੰਨੀ ਜਾਂਦੀ ਸੀ ਕਿ ਉਹ ਲੋਕਾਂ ਨੂੰ ਦੁਖੀ ਕਰਦੇ ਹਨ, ਉਹ ਜੀਣ ਨਹੀਂ ਦਿੰਦੇ ਲੋਕਾਂ ਨੂੰ। ਪਾਤਸ਼ਾਹ ਇਹ ਨਹੀਂ ਕਹਿੰਦੇ ਮੈਂ ਉਹਨਾਂ ਵਿੱਚ ਵਿਸ਼ਵਾਸ ਰੱਖਦਾ ਹਾਂ, ਬਸ ਉਹ ਪ੍ਰਚਲਿਤ ਭਾਸ਼ਾ ਨੂੰ ਵਰਤ ਕੇ ਉਹਨਾਂ ਨੇ ਆਪ ਦੀ ਗੱਲ ਕਹੀ ਕਿ ਜਿੱਦਾਂ ਉਹਨਾਂ ਦੇ ਬਾਰੇ ਇਹ ਗੱਲ ਪ੍ਰਚਲਿਤ ਹੈ। ਜਿਹੜਾ ਬੰਦਾ ਗਿਆਨ ਤੋਂ ਹੀਣਾ ਹੈ ਨਾ, ਜਿਸ ਇਨਸਾਨ ਦੇ ਅੰਦਰ ਉਹ ਦੇਵੀ ਗੁਣ ਨਹੀਂ ਬੋਲਦੇ, ਉਹਨੂੰ ਸੱਚੀ ਲੱਗਦਾ ਕਿ ਉਹ ਭੂਤਾਂ ਵਾਲੀ ਜ਼ਿੰਦਗੀ ਜੀ ਰਿਹਾ ਹੈ, ਉਹ ਪ੍ਰੇਤ ਬਣ ਕੇ ਸਮਾਜ ਦੇ ਵਿੱਚ ਵਿਚਰ ਰਿਹਾ ਹੈ। ਇਹ ਤਾਂ ਪੁਜਾਰੀਆਂ ਨੇ ਸਾਡਾ ਬੇੜਾ ਬਿਠਾ ਦਿੱਤਾ, ਕਹਾਣੀਆਂ ਸੁਣਾ ਕੇ ਫਲਾਣੇ ਡੇਰੇ ਤੇ ਜਾ ਕੇ ਬਾਬਾ ਜੀ ਭੂਤ ਕੱਢਦੇ ਨੇ ਜੀ, ਵੀ ਤਾਂ ਐਟ ਦੈਟ ਡੇਰਾ ਦਾ ਵਡਭਾਗ ਸਿੰਘ ਦੇ ਡੇਰੇ ਦੇ ਨਾਲ ਹੀ ਪ੍ਰਚਲਿਤ ਕਹਾਣੀ ਹੈ ਵੀ ਉੱਥੇ ਜਾ ਕੇ ਬਾਬਾ ਜੀ ਭੂਤ ਕੱਢਦੇ ਨੇ। ਵੀ ਐਟ ਦੈਟ ਡੇਰਾ ਦਾ ਬਾਬਾ ਜੀ ਟੇਕਸ ਦ evil spirits out from within you. At that dera, if you do this part, ghosts will not be able to affect you anymore. The bigger the problem that you have, the more pakhand that will happen in the name of religion. If you say that I am possessed by this ghost, I feel possessed by this spirit, the Baba will do that much pakhand in the name of religion to make you think that you are not possessed anymore. Because what will you say? You will say, oh, Baba ji knows best, right? Mahapurkh knows best, Brahm Gyani ji knows best, the Sadh knows best, the Sant knows best, what do I know? Right? They will play mind games on you. Because all that is happening in your mind. You are not possessed. You think you are possessed, so you feel that feeling. And then what do? You go to people who are wearing religious attire, hoping they have the answers to your questions. ਜਿੱਡੀ ਵੱਡੀ ਤੁਹਾਡੀ ਪ੍ਰੋਬਲਮ ਹੈ, ਉੱਡਾ ਵੱਡਾ ਬਾਬਾ ਜੀ ਧਰਮ ਦੇ ਨਾਮ ਤੇ ਪਖੰਡ ਕਰਨਾ ਸ਼ੁਰੂ ਕਰ ਦਿੰਦੇ ਹਨ ਵੀ ਆਹ ਅਸੀਂ ਕਰਨਾ, ਆਹ ਮੰਤਰ ਪੜਨਾ ਜੀ, ਆਹ ਅਸੀਂ ਕਰਨਾ ਜੀ, ਉਹ ਅਸੀਂ ਕਰਨਾ। ਤਾਂ ਤੁਹਾਨੂੰ ਕੀ ਲੱਗਣਾ ਵੀ ਜਦੋਂ ਬਾਬਾ ਜੀ ਨੇ ਇਹ ਮੰਤਰ ਪੜਿਆ, ਜਦੋਂ ਬਾਬਾ ਜੀ ਨੇ ਆਹ ਕਰਮਕਾਂਡ ਕੀਤਾ ਤਾਂ ਮੇਰੇ ਭੂਤ ਕੱਢੇ ਜਾਣਗੇ, ਭੂਤ ਪ੍ਰੇਤਾਂ ਨੇ ਮੈਨੂੰ ਹੁਣ ਬਾਦਰ ਨਹੀਂ ਕਰਨਾ। ਪਰ ਗੱਲ ਇਹ ਨਹੀਂ ਵੀ ਬਾਬਾ ਜੀ ਦੇ ਕੋਲ ਤਾਕਤ ਹੈ ਜਾਂ ਬ੍ਰਹਮ ਗਿਆਨੀਆਂ ਦੇ ਕੋਲ ਤਾਕਤ ਹੈ ਜਾਂ ਫਲਾਣੇ ਮਹਾਂਪੁਰਖ ਫਲਾਣੇ ਸਾਧ ਸੰਤ ਦੇ ਕੋਲ ਤਾਕਤ ਸੀ। ਗੱਲ ਇਹ ਹੈ ਵੀ ਤੁਹਾਡਾ ਦਿਮਾਗ ਤੁਹਾਡੇ ਉੱਤੇ ਇੱਕ ਗੇਮ ਖੇਡ ਰਿਹਾ ਸੀ, ਵੀ ਤੁਹਾਨੂੰ ਇੱਦਾਂ ਲੱਗਦਾ ਸੀ ਕਿਉਂਕਿ ਤੁਹਾਡੇ ਆਲੇ ਦੁਆਲੇ ਦੇ ਸਮਾਜ ਦੇ ਵਿੱਚ ਇਹ ਪ੍ਰਚਲਿਤ ਸੀ ਕਿ ਇੱਦਾਂ ਭੂਤ ਪ੍ਰੇਤ ਹੁੰਦੇ ਆ, ਇੱਦਾਂ ਚਿੰਬੜਦੇ ਆਣ ਕੇ ਜੀ। ਅਸਲ ਦੇ ਵਿੱਚ ਉਹ ਕਹਾਣੀ ਤੁਹਾਡੇ ਦਿਮਾਗ ਦੇ ਵਿੱਚ ਚੱਲਦੀ ਸੀ। ਕੋਈ ਭੂਤ ਪ੍ਰੇਤ ਨਹੀਂ ਆਣ ਕੇ ਤੁਹਾਨੂੰ ਚਿੰਬੜਦਾ, ਕੋਈ ਇਦਾਂ ਦੀ ਸ਼ਕਤੀ ਨਹੀਂ ਕੁਦਰਤ ਦੇ ਵਿੱਚ ਜਿਹੜੀ ਤੁਹਾਨੂੰ ਚਿੰਬੜ ਸਕਦੀ। ਇਦਾਂ there is no such force in nature that can possess you. You are the one who has power over your own destiny. If you want to feel possessed, you'll find excuses to feel possessed. ਪਰ ਨਹੀਂ, ਸਾਡੇ ਬਾਬਾ ਜੀ ਨੇ ਕਹਿਤਾ, ਸਾਡੇ ਬ੍ਰਹਮ ਗਿਆਨੀ ਨੇ ਕਹਿਤਾ, ਉਹ ਅਟਲ ਸੱਚਾਈ ਹੈ। But no, what do we say? No, we say our Baba ji said this, our Brahm Gyani said this. How do you guys know any better? ਤਾਂ ਸਾਡਾ ਉਲਟਾ ਸਵਾਲ ਇਹ ਆ ਵੀ ਤੁਹਾਡੇ ਬ੍ਰਹਮ ਗਿਆਨੀ, ਤੁਹਾਡੇ ਬਾਬੇ, ਤੁਹਾਡੇ ਸਾਧ ਸੰਤ ਸਾਡਿਆਂ ਗੁਰੂ ਪਾਤਸ਼ਾਹਾਂ ਨਾਲੋਂ ਉੱਚੇ ਨਹੀਂ ਹੋ ਸਕਦੇ। Your guys, ਠੀਕ ਹੈ ਤੁਸੀਂ ਮੰਨਦੇ ਆ, ਮੰਨੀ ਜਾਓ, ਅਸੀਂ ਨਹੀਂ ਮੰਨਦੇ। You guys believe in these stories, we do not believe in them. We believe in the vichar that our Guru Pasha blessed us with in Guru Granth Sahib Ji when they said, we hamra ਝਗੜਾ ਰਹਾ ਨਾ ਕੋ ਪੰਡਤ ਮੁੱਲਾ ਛਾੜੇ ਦੋ, ਅਸੀਂ ਨਹੀਂ ਮੰਨਦੇ। We do not believe in these superstitious stories. We do not believe in these miraculous stories. We do not believe that ghosts possess people. We believe that they are your 5 vices that are possessing you, and you have the power, you have the ability. No Baba, no Santa, no Brahmagani has the ability to change your life. That is something that you have to do for your own self.
ਹੈਰਾਨੀ ਦੀ ਗੱਲ ਇਹ ਹੈ ਜਦੋਂ ਭਗਤ ਕਬੀਰ ਜੀ ਵਰਗੇ ਡੰਕ ਦੀ ਚੋਟ ਤੇ ਇਹ ਗੱਲ ਕਹਿੰਦੇ ਨੇ ਨਾ, ਪੰਡਤ ਮੁੱਲਾ ਜੋ ਲਿਖ ਦਿਆ ਛਾੜ ਚਲੇ ਹਮ ਕਛੂ ਨਾ ਲਿਆ, ਮੈਂ ਛੱਡਿਆ ਭਾਈ, ਸਾਂਭੋ ਤੁਸੀਂ ਆਪਦੀਆਂ ਮਨੌਤਾਂ ਨੂੰ, ਮੈਂ ਨਹੀਂ ਮੰਨਦਾ। ਅੱਜ ਸਾਡੇ ਅੰਦਰ ਵੀ ਇੰਨੀ ਹਿੰਮਤ ਹੋਣੀ ਚਾਹੀਦੀ ਹੈ, ਜਾਓ ਅਸੀਂ ਨਹੀਂ ਮੰਨਦੇ। ਸਾਡਾ ਲੈਣਾ ਦੇਣਾ ਉਹਨਾਂ 35 ਮਹਾਂਪੁਰਖਾਂ ਦੇ ਨਾਲ ਹੈ, ਸਾਡਾ ਲੈਣਾ ਦੇਣਾ ਉਹਨਾਂ 35 ਬ੍ਰਹਮ ਗਿਆਨੀਆਂ ਦੇ ਨਾਲ ਹੈ, ਉਹਨਾਂ 10 ਪਾਤਸ਼ਾਹੀਆਂ ਦੇ ਨਾਲ ਹੈ ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਜੀਣੀ ਸਿਖਾਈ। ਬਾਕੀ ਆਨ ਦੇਵ ਬਦਲਾਵਨ ਦੇਹੋ, ਬਾਕੀ ਸਾਰਾ ਕੁਝ ਅਸੀਂ ਬਦਲੇ ਵਿੱਚ ਦੇਣ ਲਈ ਤਿਆਰ ਹਾਂ, ਬਸ ਸਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਵਿਚਾਰਧਾਰਾ ਚਾਹੀਦੀ। ਆ ਵੀ ਫੈਸਲਾ ਸੁਣ ਲਓ ਜੀ ਭਗਤ ਕਬੀਰ ਜੀ। ਕਬੀਰ ਜਹ ਘਰ ਸਾਧਨਾ ਸੇਵੀਏ, be that person who does not try to bring virtues in his or her life। ਹਰ ਕੀ ਸੇਵਾ ਨਾ ਹੈ, the one who does not try to understand that law of nature। ਕਹਿੰਦੇ ਜਿਹੜਾ ਬੰਦਾ ਗਿਆਨ ਜ਼ਿੰਦਗੀ ਵਿੱਚ ਨਹੀਂ ਲਾਗੂ ਕਰਦਾ, ਜਿਹੜਾ ਬੰਦਾ ਕੁਦਰਤ ਦੇ ਵਿਧਾਨ ਨੂੰ ਸਮਝ ਕੇ ਗੁਣ ਧਾਰਨ ਦੀ ਕੋਸ਼ਿਸ਼ ਨਹੀਂ ਕਰਦਾ ਨਾ, ਤਹ ਘਰ ਮਰਹਟ ਸਾਰਖੇ, ਇਦਾਂ ਲੱਗਦਾ ਵੀ ਭੂਤ ਬਸੇ ਤਿੰਨ ਮਾਹੇ, ਉਹ ਬੰਦਾ ਕਹਾਉਣ ਦੇ ਲਾਇਕ ਨਹੀਂ, ਉਹ ਸੱਚੀ ਮੈਨੂੰ ਭੂਤ ਲੱਗਦਾ ਹੈ। Because what do Put Pret do? What do ghosts, what do evil spirits do? They haunt people. They do not let people live successful lives. ਤੁਹਾਨੂੰ ਇਦਾਂ ਨਹੀਂ ਲੱਗਦਾ ਕਿ ਭੂਤ ਪ੍ਰੇਤ ਇਦਾਂ ਹੁੰਦੇ ਨਹੀਂ? ਅਸਲ ਦੇ ਵਿੱਚ ਪੁਜਾਰੀ ਸੋਚ ਇੱਕ ਭੂਤ ਦੀ ਤਰ੍ਹਾਂ ਸਾਡੀ ਮਾਨਸਤਾ ਨੂੰ ਚਿੰਬੜੀ ਹੋਈ ਹੈ। That ਪੁਜਾਰੀ ਸੋਚ is what is haunting us. These ਕਹਾਣੀਆਂ, these stories that our Babbe have perpetuated, they are the ones that are haunting us. They are the ones who are taking us away from the soch, the vichar, the thinking, the revolutionary spirits that were in Guru Granth Sahib Ji। ਅਸੀਂ ਨਹੀਂ ਮੰਨਦੇ। ਅਸੀਂ ਮੰਨਦੇ ਆ ਵੀ ਪ੍ਰੇਤ ਇੱਕ ਬਿਰਤੀ ਹੁੰਦੀ ਹੈ। ਜਿਹੜੇ ਬਾਬੇ ਧਰਮ ਦੇ ਨਾਮ ਤੇ ਸੰਗਤਾਂ ਨੂੰ ਲੁੱਟ ਕੇ ਖਾ ਗਏ, ਪਖੰਡ ਕਰ ਕਰਕੇ, ਅਸੀਂ ਉਹਨਾਂ ਨੂੰ ਵੀ ਪ੍ਰੇਤ ਮੰਨਦੇ ਹਾਂ। ਸਾਡੀ ਮਾਨਸਿਕਤਾ ਨੂੰ ਚਿੰਬੜੇ ਹੋਏ ਸੀ, ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਰਕਤ ਰਾਹੀਂ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀ ਤਾਕਤ ਰਾਹੀਂ ਸਾਰਾ ਕੁਝ ਲਾ ਦਿੱਤਾ ਹੈ। ਅਸੀਂ ਨਹੀਂ ਮੰਨਦੇ। ਅਸੀਂ ਇਹ ਮੰਨਦੇ ਹਾਂ ਪਸ਼ੂ ਪ੍ਰੇਤ ਮੁਗਧ ਕੋ ਤਾਰੇ। ਕੱਲ ਮੈਂ ਜ਼ਿੰਦਗੀ ਗਿਆਨ ਤੋਂ ਸਖਣੀ ਮੈਂ ਜ਼ਿੰਦਗੀ ਬਤੀਤ ਕਰ ਰਿਹਾ ਸੀ। Yesterday I was living a life in ignorance. Today I understood what my guru was teaching me. ਅੱਜ ਸਮਝ ਆ ਗਈ, ਅੱਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਰਾਹੀਂ ਜ਼ਿੰਦਗੀ ਵਿੱਚ ਬਦਲਾਅ ਆਇਆ। ਹੁਣ ਮੈਂ ਮਾਣ ਨਾਲ ਕਹਿਣਾ ਆ ਕਿ ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ। ਸਟੋਨ ਹਾਰਟਡ ਇੰਡੀਵਿਜੂਅਲਸ who focused only on themselves, ਪੱਥਰ ਦਿਲ ਵਰਗੇ ਮਨੁੱਖ ਯਾਰ, ਜਿਹੜੇ ਆਪਣੇ ਆਪ ਤੇ ਹੀ ਫੋਕਸ ਕਰਦੇ ਸਨ। ਮੈਂ ਹੀ ਆ ਜੀ, ਮੈਂ ਹੀ ਇਕੱਲਾ ਆ ਇੱਥੇ, ਬਾਕੀ ਦੁਨੀਆ ਪਵੇ ਢੱਠੇ ਖੂਚ, ਮੈਂ ਸੁਖੀ ਹੋਣਾ ਚਾਹੁੰਦਾ। ਪਰ ਜਦੋਂ ਗੁਰੂ ਰਾਹੀਂ, ਜਦੋਂ ਗਿਆਨ ਰਾਹੀਂ ਜ਼ਿੰਦਗੀ ਵਿੱਚ ਬਦਲਾਅ ਆਇਆ, ਫਿਰ ਮਾਣ ਨਾਲ ਕਹਿੰਦੇ ਆ ਯਾਰ ਵੀ ਕਿਸ ਹੀ ਕੋਈ ਕੋਏ, ਮਾਂਝ ਨੇ ਮਾਣੀ ਇੱਕ ਤੂੰ, ਕਿਉਂ ਨਾ ਮਰੀਜੇ ਰੋਏ, ਜਾਂ ਲਗ ਚਿੱਤ ਨਾ ਆਵੇ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ। ਨਾਨਕ ਦਾਸ ਤੇਰੀ ਸ਼ਰਨਾਈ, ਸਦਾ ਸਦਾ ਬਲਿਹਾਰੇ। ਨਾਨਕ ਵੀ ਉਸ ਵਿਧਾਨ ਦੀ ਸ਼ਰਨਾਈ ਹੇਠਾਂ ਆ ਗਿਆ ਹੈ। ਨਾਨਕ ਵੀ ਉਹਨਾਂ ਨਿਯਮਾਂ ਦੀ ਸ਼ਰਨ ਵਿੱਚ ਆ ਗਿਆ ਹੈ। ਗੁਰੂ ਪਾਤਸ਼ਾਹ says that I am forever a sacrifice to that system. I am forever a sacrifice to that wisdom. I am forever a sacrifice to those virtues. That when one connects with them, when one connects with that understanding, when one brings those virtues into his or her life, his life begins to change for the better, and he begins to fulfill his or her responsibilities as a human being. ਕਹਿੰਦੇ ਨੇ ਮੈਂ ਉਸ ਵਿਧਾਨ ਤੋਂ ਬਲਿਹਾਰੇ ਜਾਨਾ ਯਾਰ, ਮੈਂ ਉਸ ਗਿਆਨ ਤੋਂ ਬਲਿਹਾਰੇ ਜਾਨਾ, ਮੈਂ ਉਹਨਾਂ ਗੁਣਾਂ ਤੋਂ ਬਲਿਹਾਰੇ ਜਾਨਾ ਜਿਸ ਗਿਆਨ ਨੂੰ ਜ਼ਿੰਦਗੀ ਵਿੱਚ ਲਾਗੂ ਕਰਕੇ, ਜਿਹੜਿਆਂ ਗੁਣਾਂ ਨੂੰ ਜ਼ਿੰਦਗੀ ਵਿੱਚ ਧਾਰਨ ਕਰਕੇ ਬੰਦੇ ਦੀ ਜ਼ਿੰਦਗੀ ਮਿੰਟਾਂ ਸਕਿੰਟਾਂ ਵਿੱਚ ਬਦਲ ਸਕਦੀ ਹੈ। ਨਾਨਕ ਦਾਸ ਤੇਰੀ ਸ਼ਰਨਾਈ, ਸਦਾ ਸਦਾ ਬਲਿਹਾਰੇ। ਸੋ ਇਸ ਕਰਕੇ ਆਓ ਇਹਨਾਂ ਕਰਮ ਕਾਂਡਾਂ ਤੋਂ ਉੱਪਰ ਉੱਠ ਕੇ, ਠੀਕ ਹੈ ਜੀ, ਸਾਨੂੰ ਪਤਾ ਬਹੁਤ ਲੰਮੇ ਸਮੇਂ ਤੋਂ ਇਹੀ ਪ੍ਰਚਾਰ ਸਾਡੇ ਸਮਾਜ ਦੇ ਵਿੱਚ ਹੁੰਦਾ ਆ ਰਿਹਾ ਹੈ ਵੀ this is the ਵਿਚਾਰ that was being perpetuated for the last 150 years. Sometimes it is difficult to hear these things.
But I promise you, if you do one Sahaj part in your life, whenever you can, 10 pages a day, 5 pages a day, 1 page a day, every other day, try to read Gurbani, try to understand what you are reading. Then you will understand that all these things that our Babbe have told us, all these things that our Deredar have told us, they have all been lies in the name of religion. And all they want to do is pick your pockets so that they can align theirs. ठीक है जी, सानू पता क्या विचार सुननी बड़ी औखी लगती है, क्योंकि आही कुछ आप सुनते आ रहे हैं, भूत प्रेत हुंदे आ जी, स्वर्ग नरक हुंदा जी, जम्मण मरना हुंदा है जी। पर वादा है तुहाडे नाल कि एक बार गुरु ग्रंथ साहिब पातशाह जी दा सहज पाठ करके देखियो, एक ओंकार तो लैके जिद्दां जिद्दां तुसीं पढ़दे जावोगे उदां उदां तुहानूं पता लग जाएगा कि सब धर्म दे नाम ते पखंड हो रहा है, कोई लेना देना नहीं। पिछली वीडियो च बेनती की कोई लेना देना नहीं इन्हां पुजारियां दा गुरु ग्रंथ साहिब पातशाह जी दी बाणी दे नाल। मसला स्वार्थ दा है भाई, मसला अपनियां रोटियां दा है, जिहदे बारे गुरु पातशाह कहंदे ने घुंगर बांध भय रामदासा रोटियन के उपावा। इहदे बारे कहंदे ना रोटियां कारण पूरे ताल, कोई सिद्धांत नहीं, कुछ नहीं, भी जिधर बुरकी मिलती है उधर चल गए। रोटियां कारण पूरे ताल, आप पछाड़े हैं धरती नाल मर्यादा दे नाम थले। सानू गुरु ग्रंथ साहिब पातशाह जी की विचारधारा तो दूर रखा गया, रमालियां हेठां गुरु ग्रंथ साहिब पातशाह जी की प्योर विचारधारा साडे तो लुकोई गई। वापस परतीए गुरु ग्रंथ साहिब पातशाह जी के लड़ लग के, गुरबाणी पढ़ के, विचार के, आजादी नाल अपने फैसले आप लईए। Let us read Gurbani, let us understand Gurbani, let us bring Gurbani into our daily lives so that we may live a life full of confidence, a life full of freedom like our Guru Pasha, like our forefathers lived before us। ਇਹ ਸਮਝਣ ਦੀ ਕੋਸ਼ਿਸ਼ ਕਰੀਏ ਗੁਰਬਾਣੀ ਰਾਹੀਂ ਵੀ ਅੱਜ ਦੀ ਡੇਟ ਵਿੱਚ ਮੇਰੀਆਂ ਜ਼ਿੰਮੇਵਾਰੀਆਂ ਕੀ ਹਨ, ਉਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰੀਏ ਜਿਵੇਂ ਕਿ ਸਾਡਿਆਂ ਪਾਤਸ਼ਾਹਾਂ ਨੇ 500 ਸਾਲ ਪਹਿਲਾਂ ਸਮਾਜ ਨੂੰ, ਦੁਨੀਆ ਨੂੰ ਨਿਭਾ ਕੇ ਵਿਖਾਈਆਂ। ਅੱਜ ਲਈ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਦਿਓ ਇਜਾਜ਼ਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।